ਸਾਹਿਬ ਜੀ। ਆਨੰਦ ਸੁਣਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਆਨੰਦ ਸੁਣਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀ ਕੁਲ ਆਲਮ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸਭਾਏਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਵਡਭਾਗੇ ਹਾਂ। ਸਤਿਗੁਰੂ ਨੇ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੇ ਹਨ। ਪਾਵਨ ਆਪਣੀ ਗੋਦ ਵਿੱਚ ਬਿਠਾ ਕੇ ਅੰਮ੍ਰਿਤਮਈ ਬਾਣੀ ਦੇ ਫਰਮਾਨ ਸਾਡੇ ਕੰਨਾਂ ਵਿੱਚ ਪਾਏ ਹਨ। ਕੁਝ ਸਮਾਂ ਮਿਲਿਆ ਹੈ ਜੋ ਲੜੀਵਾਰ ਅਸੀਂ ਵਿਚਾਰ ਕਰ ਰਹੇ ਹਾਂ। ਉਸ ਪਾਵਨ ਬਾਣੀ ਦੀ ਵਿਚਾਰ ਕਰਨ ਦਾ ਅੱਜ ਇਸ ਪਾਵਨ ਬਾਣੀ ਦੀ ਅਖੀਰਲੀ ਪੌੜੀ ਅਤੇ ਕਥਾ ਦੀ ਸੰਪੂਰਨਤਾ ਹੈ। ਭਾਵ ਅਸੀਂ ਆਪਣੇ ਘਰ ਤੋਂ ਚੱਲੇ ਸਾਂ, ਸਤਿਗੁਰੂ ਦੀ ਬਾਂਹ ਪਕੜ ਕੇ ਰਸਤੇ ਵਿੱਚ ਆਏ ਟੋਏ ਟਿੱਬਿਆਂ ਨੂੰ ਆਪਣੇ ਤਨ ਰੂਪੀ ਧਰਤੀ ਦੇ ਉੱਤੋਂ ਲਾ ਕੇ ਅਖੀਰ ਮੰਜ਼ਿਲ ਉੱਤੇ ਅੱਪੜੇ ਹਾਂ। ਤੇ ਜਦੋਂ ਮੰਜ਼ਿਲ ਉੱਪਰ ਅੱਪੜੇ ਹਾਂ ਤੇ ਸਤਿਗੁਰੂ ਨੇ ਜੋ ਉਸ ਮੰਜ਼ਿਲ ਦੇ ਉੱਤੇ ਖੜ ਕੇ ਆਖਿਆ, ਪਹੁੰਚ ਕੇ ਆਖਿਆ, ਸਤਿਗੁਰੂ ਜੀ ਸਾਡੀ ਝੋਲੀ ਵਿੱਚ ਕੀ ਬਖਸ਼ਿਸ਼ ਪਾਉਂਦੇ ਹਨ। ਆਓ ਗੁਰੂ ਸਾਹਿਬ ਦੇ ਕੋਲੋਂ ਆਗਿਆ ਲਈਏ। ਬੜੇ ਅਦਬ ਸਤਿਕਾਰ ਨਾਲ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਅਸਲ ਵਿੱਚ ਆਨੰਦ ਸ਼ੁਰੂ ਕਿੱਥੋਂ ਹੋਇਆ ਸੀ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਪਾਵਨ ਬਾਣੀ ਦੀ ਆਰੰਭਤਾ ਵਿੱਚ ਕਹਿ ਦਿੱਤਾ ਸੀ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਹੁਣ ਇੱਥੇ ਸ਼ਬਦ ਆਨੰਦ ਆਇਆ। ਮੈਂ ਵਿਚਾਰ ਤੋਂ ਪਹਿਲਾਂ ਬੇਨਤੀ ਕਰਾਂ, ਭਾਵ ਅਰਥ ਦੋਨਾਂ ਸ਼ਬਦਾਂ ਦਾ ਉਹੀ ਹੈ। ਉੱਥੇ ਸ਼ਬਦ ਜਿਹੜਾ ਹੈ, ਉੱਥੇ ਆਨੰਦ ਟਿੱਪੀ ਸਹਿਤ ਹੈ। ਇੱਥੇ ਸ਼ਬਦ ਜਿਹੜਾ ਆਇਆ ਹੈ ਟਿੱਪੀ ਤੋਂ ਰਹਿਤ, ਭਾਵ ਬਿਨਾਂ ਟਿੱਪੀ ਤੋਂ, ਜਿਸ ਕਾਰਨ ਅਰਥ ਭਾਵ ਜਿਹੜਾ ਉਹ ਇੱਕੋ ਹੀ ਹੈ। ਪੂਰਨ ਅਡੋਲਤਾ, ਪੂਰਨ ਖਿੜਾਓ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਜਿਹੜਾ ਆਨੰਦ ਹੈ ਨਾ ਭਾਈ, ਜਿਹੜਾ ਪੂਰਨ ਖਿੜਾਓ ਹੈ, ਉਹ ਸਤਿਗੁਰੂ ਦੇ ਕੋਲੋਂ ਪ੍ਰਾਪਤ ਹੋਇਆ। ਅਤੇ ਜਿਸ ਮਨੁੱਖ ਨੇ ਸਤਿਗੁਰੂ ਦਾ ਸਹਾਰਾ ਲੈ ਕੇ ਇਹ ਜਿਹੜੀਆਂ ਅਸੀਂ 39 ਪੌੜੀਆਂ ਪਿੱਛੇ ਪੜ੍ਹੀਆਂ ਨੇ, ਜਿਨ੍ਹਾਂ ਦੀ ਵਿਚਾਰ ਕੀਤੀ ਹੈ, ਜਿਹਨੇ ਸਤਿਗੁਰੂ ਦਾ ਸਹਾਰਾ ਲੈ ਕੇ ਇਹ ਇੱਕ ਇੱਕ ਪੌੜੀ ਦੇ ਰਾਹੀਂ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਤੈਅ ਕੀਤਾ ਹੈ, ਉਹ ਉਸ ਮੰਜ਼ਿਲ ਉੱਤੇ ਪਹੁੰਚ ਗਿਆ ਹੈ, ਜਿਸ ਮੰਜ਼ਿਲ ਦੇ ਉੱਤੇ ਆਣ ਕੇ ਭਾਈ ਮਨ ਦੀਆਂ ਸਾਰੀਆਂ ਇੱਛਾਵਾਂ, ਮਨ ਦੇ ਸਾਰੇ ਮਨੋਰਥ ਜਿਹੜੇ ਨੇ ਉਹ ਪੂਰੇ ਹੋ ਜਾਂਦੇ ਨੇ। ਪਰ ਹੁੰਦੇ ਕਿੱਦਾਂ ਨੇ? ਹੁਣ ਇੱਥੇ ਇਸ ਸ਼ਬਦ ਦੇ ਦੋ ਭਾਵ ਅਰਥ ਨੇ। ਆਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਧਿਆਨ ਨਾਲ ਸੁਣਨਾ। ਇੱਕ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਇਹ ਜਿਹੜੀ ਆਨੰਦ ਦੀ ਬਾਣੀ ਹੈ, ਇਸ ਬਾਣੀ ਨੂੰ ਸੁਣੋ। ਆਨੰਦ ਸੁਣੋ ਵਡ ਭਾਗੀਓ, ਇਹ ਜਿਹੜੀ ਆਨੰਦ ਦੀ ਬਾਣੀ ਹੈ ਨਾ, ਜੋ ਰਾਮਕਲੀ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਉਚਾਰਨ ਕੀਤੀ ਹੋਈ, ਇਸ ਬਾਣੀ ਨੂੰ ਸੁਣਨਾ ਕਰੋ। ਅਤੇ ਜੇ ਇਸ ਬਾਣੀ ਨੂੰ ਸੁਣ ਲਿਆ ਤਾਂ ਮਿਲੇਗਾ ਕਿ ਸਗਲ ਮਨੋਰਥ ਪੂਰੇ, ਮਨ ਦੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਣਗੀਆਂ। ਦੂਜਾ ਭਾਵ ਅਰਥ ਇਹ ਹੈ ਕਿ ਇਹ ਭਾਈ ਅਸਲ ਵਿੱਚ ਪੂਰਨ ਖਿੜਾਓ ਕੀ ਹੈ? ਮਨੁੱਖ ਜਦੋਂ ਸਤਿਗੁਰੂ ਦਾ ਸਹਾਰਾ ਲੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਪਰਮਾਤਮਾ ਦੀ ਬੰਦਗੀ ਕਰਦਾ ਹੈ, ਉਸ ਇਲਾਹੀ ਪਰਵਦਗਾਰ ਨੂੰ ਯਾਦ ਕਰਦਾ ਹੈ, ਫਿਰ ਉਹਦੇ ਮਨ ਅੰਦਰ ਜਦੋਂ ਉਹ ਰੱਬ ਵਸ ਜਾਂਦਾ ਹੈ, ਫਿਰ ਉਹ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ। ਫਿਰ ਇਸ ਧਰਤੀ ਦੇ ਉੱਤੇ ਉਹ ਪਰਮਾਤਮਾ ਆਪਣੇ ਸੇਵਕ ਦੀ ਆਪ ਪੈਜ ਰੱਖਦਾ ਹੈ ਅਤੇ ਉਹਦੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੰਦਾ ਹੈ। ਫਿਰ ਉਹਦੇ ਮਨ ਦੇ ਅੰਦਰ ਜਿੰਨੀਆਂ ਵੀ ਇੱਛਾਵਾਂ ਨੇ ਉਹ ਪਰਮਾਤਮਾ ਦੇ ਹੱਥ ਵਿੱਚ ਨੇ, ਅਤੇ ਉਹ ਪਰਮਾਤਮਾ ਆਪਣੇ ਸੇਵਕ ਦੀਆਂ ਇੱਛਾਵਾਂ ਨੂੰ ਪੂਰੀਆਂ ਕਰ ਦਿੰਦਾ ਹੈ। ਅਸਲ ਵਿੱਚ ਇਹ ਆਨੰਦ ਹੈ, ਪੂਰਨ ਖਿੜਾਓ ਹੈ। ਇੱਕ ਆਪਾਂ ਇਤਿਹਾਸ ਦੇ ਵਿੱਚੋਂ ਵੀ ਝਾਤ ਪਾਉਣੀ ਹੈ। ਅਸਲ ਵਿੱਚ ਆਨੰਦ ਹੈ ਕਿ ਗੁਰਬਾਣੀ ਦੇ ਫਰਮਾਨ ਦੇ ਕੇ ਅਸੀਂ ਬੜੀ ਵਾਰ ਵਿਚਾਰ ਕੀਤੀ ਹੋਵੇਗੀ। ਜਦੋਂ ਗੁਰਬਾਣੀ ਦੇ ਫਰਮਾਨ ਦੀ ਗੱਲ ਆਉਂਦੀ ਹੈ ਤੇ ਸਤਿਗੁਰੂ ਆਖਦੇ ਨੇ ਕਿ ਭਾਈ, ਪਿੱਛੇ ਅਸੀਂ ਵਿਚਾਰ ਕੀਤੀ ਹੈ ਕਿ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਇਹ ਆਨੰਦ ਦੀ ਪਰਿਭਾਸ਼ਾ ਵੀ ਹੈ। ਪਰ ਜਦੋਂ ਅਸੀਂ ਇਤਿਹਾਸ ਦੇ ਵਿੱਚੋਂ ਝਾਤ ਪਾਉਂਦੇ ਹਾਂ ਅਤੇ ਧਿਆਨ ਨਾਲ ਸੁਣਨਾ, ਅਸਲ ਵਿੱਚ ਆਨੰਦ ਕੀ ਹੈ? ਪੂਰਨ ਖਿੜਾਓ। ਇੱਕ ਹੁੰਦਾ ਖਿੜਾਓ, ਜਦੋਂ ਧਰਤੀ ਉੱਤੇ ਅਸੀਂ ਬੀਜ ਬੀਜਦੇ ਹਾਂ ਅਤੇ ਉਹ ਫੁੱਲ ਉੱਗ ਪੈਂਦਾ, ਉਹਦਾ ਪੇੜ ਜਿਹੜਾ ਇਹ ਬੂਟਾ ਪੈਦਾ ਹੁੰਦਾ, ਉਹਦੇ ਨਾਲ ਫੁੱਲ ਲੱਗਦੇ ਨੇ। ਪਹਿਲਾਂ ਛੋਟੀਆਂ ਛੋਟੀਆਂ ਜਿਹੜੀਆਂ ਉਹਦੀਆਂ ਡੋਡੀਆਂ ਬਣਦੀਆਂ ਨੇ, ਉਹਦੇ ਵਿੱਚੋਂ ਫਿਰ ਫੁੱਲ ਖਿੜਦਾ ਹੈ, ਹੌਲੀ ਹੌਲੀ ਖਿੜਦਾ ਹੈ। ਜਦੋਂ ਪੂਰਾ ਫੁੱਲ ਖਿੜ ਜਾਂਦਾ ਹੈ, ਉਸ ਤੋਂ ਬਾਅਦ ਉਹ ਹੌਲੀ ਹੌਲੀ ਉਹਦੀਆਂ ਪੱਤੀਆਂ ਜਿਹੜੀਆਂ ਖਿੰਡਣ ਲੱਗ ਪੈਂਦੀਆਂ ਨੇ। ਪਰ ਸਤਿਗੁਰੂ ਜੀ ਕਹਿੰਦੇ ਉਹ ਫੁੱਲ ਦਾ ਖਿੜਾਓ ਹੈ। ਅਸਲ ਵਿੱਚ ਜਿਹੜਾ ਪੂਰਨ ਖਿੜਾਓ ਹੈ ਉਹ ਕਦੇ ਟੁੱਟਦਾ ਨਹੀਂ। ਜਦੋਂ ਇੱਕ ਵਾਰੀ ਖਿੜ ਗਿਆ ਫਿਰ ਉਹ ਮੁਰਝਾਉਂਦਾ ਨਹੀਂ। ਅਤੇ ਉਹ ਮੁਰਝਾਉਣ ਦਾ ਕਾਰਨ ਇਹ ਹੈ ਕਿਉਂਕਿ ਉਹਦੇ ਅੰਦਰ ਸੱਚੇ ਪਰਵਦਗਾਰ ਦੀ ਬਾਣੀ ਵਸੀ ਹੋਈ ਹੈ। ਉਹ ਇਲਾਹੀ ਸ਼ਬਦ ਨੂੰ ਆਪਣੇ ਹਿਰਦੇ ਘਰ ਵਿੱਚ ਵਸਾਉਂਦਾ ਹੈ। ਇਤਿਹਾਸ ਵੱਲ ਝਾਤ ਪਾਉਂਦੇ ਹਨ। ਅਸਲ ਵਿੱਚ ਪੂਰਨ ਖਿੜਾਓ ਹੈ ਕਿ
ਸਾਹਮਣੇ ਇੱਕ ਮੋੜੀ ਪਈ ਹੈ, ਲੱਕੜ ਦੀ ਮੋੜੀ। ਉਹਦੇ ਲਾਗੇ ਇੱਕ ਲੋਹੇ ਦਾ ਐਨ ਤਿੱਖਾ ਸ਼ਸਤਰ ਪਿਆ। ਇੱਕ ਪਾਸੇ ਬੜੇ ਤਕੜੇ ਸਰੀਰ ਵਾਲਾ ਮਨੁੱਖ ਖੜਾ ਹੈ, ਇੱਕ ਪਾਸੇ ਹੀਰੇ ਜਵਾਹਰਾਤਾਂ ਦੇ ਥਾਲ ਭਰੇ ਹੋਏ ਨੇ, ਨਾਲ ਸੋਨੇ ਦੀਆਂ ਮੋਹਰਾਂ ਨੇ, ਅਤੇ ਉਹਦੇ ਨਾਲ ਖੜਨ ਵਾਲਾ ਜਿਹੜਾ ਉਹ ਹੀਰੇ ਜਵਾਹਰਾਤਾਂ ਦੇ ਨਾਲ ਲੱਦਿਆ ਹੋਇਆ ਹੈ। ਇੱਕ ਪਾਸੇ ਹੀਰੇ ਜਵਾਹਰਾਤ ਦੇ ਨਾਲ ਤਨ ਢੱਕ ਕੇ ਆਈਆਂ ਇਸਤਰੀਆਂ ਨੇ। ਹੁਣ ਇਹ ਸਭ ਕੁਝ ਸਾਹਮਣੇ ਪਿਆ ਹੋਇਆ, ਐਨ ਸਾਹਮਣੇ ਨਜ਼ਰਾਂ ਦੇ ਅੱਖਾਂ ਦੇ ਨਾਲ ਇਹ ਸਾਹਮਣੇ ਪਿਆ ਹੋਇਆ। ਅਤੇ ਜਦੋਂ ਉਸ ਮੋਹੜੀ ਦੇ ਕੋਲ ਬੈਠਾ ਹੋਇਆ ਮਨੁੱਖ ਜਿਹੜਾ ਵਾ ਚੌਂਕੜਾ ਮਾਰ ਕੇ ਜਪ ਬਾਣੀ ਦਾ ਜਾਪ ਕਰਦਾ ਹੈ ਨਾ, ਅਤੇ ਜਾਪ ਕਰਦਿਆਂ ਕਰਦਿਆਂ ਜਦੋਂ ਉਹ ਆਨੰਦ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਅਤੇ ਕਹਿਣ ਵਾਲੇ ਆਖਦੇ ਨੇ ਕਿ ਭਾਈ ਤੂੰ ਆਪਣੀ ਜਿੱਦ ਛੱਡ ਦੇ, ਆਹ ਸੋਨੇ ਦੇ ਭਰੇ ਹੋਏ ਥਾਲ, ਆਹ ਮੋਹਰਾਂ ਸੋਨੇ ਦੀਆਂ ਭਰੇ ਹੋਏ ਇਹ ਥਾਲ ਲੈ ਲੈ, ਆਹ ਸਾਹਮਣੇ ਜਿਹੜੇ ਪਏ ਹੋਏ ਹੀਰੇ ਜਵਾਹਰਾਤ ਨੇ ਇਹ ਸਾਰੇ ਦੇ ਸਾਰੇ ਤੇਰੇ। ਆਹ ਮਨ ਨੂੰ ਮੋਹਣ ਵਾਲੀਆਂ ਜਿਹੜੀਆਂ ਇਸਤਰੀਆਂ ਨੇ, ਤਨ ਦਾ ਸੁਹੱਪਣ ਅਤੇ ਤਨ ਉੱਤੇ ਢੱਕਣ ਨੂੰ ਕੱਪੜਾ ਨਹੀਂ, ਤਨ ਉੱਤੇ ਢੱਕਣ ਵਾਸਤੇ ਸੋਨੇ ਹੀਰੇ ਦੇ ਨਾਲ ਜੜੇ ਹੋਏ ਹਾਰ ਨੇ। ਇਹਨਾਂ ਵਿੱਚੋਂ ਜਿੰਨੀਆਂ ਤੈਨੂੰ ਪਸੰਦ ਆਉਂਦੀਆਂ ਨੇ ਇਹ ਸਭ ਕੁਝ ਤੇਰਾ, ਪਰ ਇੱਕ ਜਿੱਦ ਛੱਡ ਦੇ, ਤੂੰ ਇੱਕ ਵਾਰੀ ਕਹਿ ਦੇ ਅੱਲਾ ਅੱਲਾ, ਇੱਕ ਵਾਰੀ ਕਹਿ ਦੇ ਕਿ ਮੈਂ ਤੁਹਾਡੀ ਈਨ ਮੰਨ ਲਈ ਹੈ, ਇਹ ਸਭ ਕੁਝ ਤੈਨੂੰ ਦੇ ਦਿੰਦੇ ਆ। ਕੇਵਲ ਕਹਿਣਾ ਕੀ ਹੈ ਕਿ ਤੂੰ ਆਪਣੇ ਧਰਮ ਨੂੰ ਤਿਆਗ ਦਿੱਤਾ ਅਤੇ ਸਾਡਾ ਧਰਮ ਅਪਣਾ ਲਿਆ। ਜੇ ਇੰਨਾ ਵੀ ਨਹੀਂ ਕਹਿ ਹੁੰਦਾ ਤੇ ਤੂੰ ਇੱਕ ਵਾਰੀ ਆਪਣੀ ਜ਼ੁਬਾਨ ਦੇ ਉੱਤੋਂ ਅੱਲਾ ਕਹਿ ਦੇ, ਭਾਵ ਇਸਲਾਮਿਕ ਸ਼ਰ੍ਹਾ ਦੇ ਅਧੀਨ ਆ ਜਾ, ਅਤੇ ਤੈਨੂੰ ਮਾਫ਼ ਕਰ ਦਿੱਤਾ ਜਾਵੇਗਾ। ਅਤੇ ਆਨੰਦ ਦੇ ਨਾਲ, ਪੂਰਨ ਖਿੜਾਓ ਦੇ ਨਾਲ ਭਰਪੂਰ ਬੈਠਾ ਹੋਇਆ ਮਨੁੱਖ ਆਖਦਾ ਹੈ ਕਿ ਭਲਿਆ ਜਿਸ ਗੁਰੂ ਨੇ ਇਸ ਜਗਤ ਨੂੰ ਤਾਰਿਆ ਉਸ ਗੁਰੂ ਨੂੰ ਮੈਂ ਧਾਰਨ ਕੀਤਾ ਹੈ, ਅਤੇ ਉਹ ਗੁਰੂ ਕੱਚਾ ਨਹੀਂ। ਹੋ ਸਕਦਾ ਏ ਤੂੰ ਕੋਈ ਕੱਚਾ ਪਿੱਲਾ ਵੇਖ ਲਿਆ ਹੋਵੇ ਜਿਹਨੇ ਮਨ ਕਰਕੇ ਨਹੀਂ ਤਨ ਕਰਕੇ ਗੁਰੂ ਨੂੰ ਧਾਰਨ ਕੀਤਾ ਹੋਵੇ। ਮੈਂ ਮਨ ਕਰਕੇ ਗੁਰੂ ਨੂੰ ਧਾਰਨ ਕੀਤਾ, ਤੇਰੀ ਸ਼ਰ੍ਹਾ ਕਹਿੰਦੀ ਹੈ ਕਿ ਤੂੰ ਮੈਨੂੰ ਕਤਲ ਕਰਨਾ ਹੈ, ਅਤੇ ਮੇਰਾ ਗੁਰੂ ਕਹਿੰਦਾ ਹੈ ਕਿ ਤੇਰਾ ਤਨ ਕੱਟਿਆ ਜਾਵੇ, ਤਨ ਦੇ ਟੁਕੜੇ ਟੁਕੜੇ ਹੋ ਜਾਣ, ਪਰ ਤੂੰ ਮਨ ਕਰਕੇ ਨਹੀਂ ਡੋਲਣਾ। ਇਹ ਮੇਰੇ ਗੁਰੂ ਦਾ ਹੁਕਮ ਹੈ। ਇਹ ਹੈ ਅਸਲ ਵਿੱਚ ਪੂਰਨ ਖਿੜਾਓ। ਹੁਣ ਹੁਕਮ ਹੋਇਆ ਐਲਕਾਰ ਨੂੰ ਕਿ ਇਹਦਾ ਬੰਦ ਕੱਟਣਾ ਹੈ, ਔਰ ਕੱਟਣ ਵਾਲਾ ਜਦੋਂ ਹੱਥ ਉੱਤੇ ਉਸ ਸ਼ਸਤਰ ਨੂੰ ਮਾਰਦਾ ਹੈ, ਦਾਤਰ ਨੂੰ ਮਾਰਨ ਲੱਗਦਾ ਹੈ, ਅਤੇ ਉਹ ਪੂਰਨ ਖਿੜਾਓ ਦੇ ਵਿੱਚ ਬੈਠਾ ਹੋਇਆ ਗੁਰਸਿੱਖ ਉਹਦਾ ਹੱਥ ਫੜ ਲੈਂਦਾ ਹੈ। ਅਤੇ ਹੱਥ ਤਾਂ ਨਹੀਂ ਫੜਦਾ ਕਿ ਮਨ ਵਿੱਚ ਡਰ ਆਇਆ, ਮਨ ਵਿੱਚ ਭੈ ਆਇਆ, ਨਾ, ਹੱਥ ਇਸ ਕਰਕੇ ਫੜਦਾ ਹੈ ਕਿ ਤੇਰੇ ਮਾਲਕ ਦਾ ਹੁਕਮ ਹੈ ਕਿ ਤੂੰ ਬੰਦ ਕੱਟਣਾ। ਅਤੇ ਅਸਲ ਵਿੱਚ ਬੰਦ ਹੱਥ ਤੋਂ ਸ਼ੁਰੂ ਨਹੀਂ ਹੁੰਦਾ, ਉਂਗਲੀਆਂ ਤੋਂ ਸ਼ੁਰੂ ਹੋ ਜਾਂਦਾ। ਇਹ ਇੱਕ ਇੱਕ ਕੱਟ ਮੇਰੇ ਮਾਲਕ ਦਾ ਹੁਕਮ ਹੈ ਕਿ ਤੇਰਾ ਤਨ ਮਨ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਤੂੰ ਮੇਰਾ ਇੱਕ ਇੱਕ ਪੋਟਾ ਕੱਟ ਦੇ, ਮੇਰੇ ਮਾਲਕ ਦਾ ਹੁਕਮ ਹੈ, ਅਤੇ ਮੈਂ ਸੀ ਤੱਕ ਨਹੀਂ ਕਰਾਂਗਾ, ਪਰ ਮੈਂ ਪ੍ਰਮਾਤਮਾ ਦੀ ਬੰਦਗੀ ਨੂੰ ਛੱਡਣਾ। ਇਹ ਹੈ ਪੂਰਨ ਖਿੜਾਓ। ਸਾਡੀਆਂ ਨਿੱਕੀਆਂ ਨਿੱਕੀਆਂ ਮੰਗਾਂ ਹੁੰਦੀਆਂ ਨੇ, ਅਤੇ ਜਿਨ੍ਹਾਂ ਮੰਗਾਂ ਦੇ ਕਾਰਨ ਅਸੀਂ ਆਪਣੇ ਗੁਰੂ ਤੋਂ ਬੇਮੁਖ ਹੋ ਜਾਂਦੇ ਹਾਂ। ਰੋਜ਼ ਆਣ ਕੇ ਮੰਗਦੇ ਹਾਂ, ਦਾਤਾ ਸਾਡੇ ਤਨ ਨੂੰ ਅਰੋਗ ਰੱਖੀ, ਇਹਨੂੰ ਰੋਗ ਨਾ ਲੱਗ ਜਾਵੇ। ਜੇ ਗੁਰੂ ਦਾ ਹੁਕਮ ਬੁੱਝਾਂਗੇ ਅਤੇ ਗੁਰੂ ਤਾਂ ਇਹ ਗੱਲ ਕਹਿੰਦਾ ਹੈ ਕਿ ਇਹ ਤਨ ਉੱਤੇ ਰੋਗ ਵੀ ਆਉਣਾ, ਇਹਦੇ ਉੱਤੇ ਦੁੱਖ ਵੀ ਆਉਣਾ, ਇਹਨੂੰ ਭੁੱਖ ਵੀ ਵਿਆਪਣੀ, ਕਿਉਂਕਿ ਇਹ ਤਨ ਹੈ। ਜੇ ਤੂੰ ਤਨ ਦੇ ਨਾਲ ਬੱਝਾ ਰਿਹਾ ਤਾਂ ਤੇਰੇ ਅੰਦਰ ਪੂਰਨ ਖਿੜਾਓ ਨਹੀਂ ਆਏਗਾ। ਜਿਸ ਦਿਨ ਤੂੰ ਆਪਣਾ ਮਨ ਸਤਿਗੁਰੂ ਨੂੰ ਵੇਚ ਦਿੱਤਾ, ਜਿਸ ਦਿਨ ਤੂੰ ਮਨ ਨੂੰ ਗੁਰੂ ਅੱਗੇ ਰੱਖ ਦਿੱਤਾ, ਫਿਰ ਤਨ ਦੀ ਭੁੱਖ ਨਹੀਂ ਵਿਆਪੇਗੀ। ਫਿਰ
ਤਨ ਨੂੰ ਦੁੱਖ ਨਹੀਂ ਲੱਗੇਗਾ। ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਮੈਂ ਅੱਗੇ ਚੱਲਣਾ, ਕਿਉਂਕਿ ਅਸਲ ਵਿੱਚ ਅੱਜ ਪੂਰਨ ਖਿੜਾਓ ਹੈ। ਅਸੀਂ ਸਾਰਿਆਂ ਨੇ ਲਗਭਗ 40 ਦਿਨ ਇਸ ਪਾਵਨ ਬਾਣੀ ਦੀ ਵਿਚਾਰ ਕੀਤੀ ਹੈ ਅਤੇ ਪੂਰਨ ਖਿੜਾਓ ਵਿੱਚ ਪਹੁੰਚਿਆ ਹੋਇਆ ਮਨੁੱਖ, ਉਹਨੂੰ ਦੁੱਖ ਅਤੇ ਭੁੱਖ ਨਹੀਂ ਵਿਆਪਦੇ। ਉਹਦੇ ਤਨ ਉੱਤੇ ਆਈ ਹੋਈ ਪੀੜਾ ਉਹਨੂੰ ਉਹ ਪੀੜਾ ਨਹੀਂ ਸਮਝਦਾ। ਉਹ ਇਹ ਸਮਝਦਾ ਹੈ ਕਿ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ। ਕੇਵਲ ਸਿੱਖ ਹੀ ਨਹੀਂ, ਕੇਵਲ ਸਿੱਖਾਂ ਦੇ ਵਿੱਚੋਂ ਆਦਮੀ ਹੀ ਨਹੀਂ, ਔਰਤਾਂ ਨੇ ਵੀ ਆਪਣੇ ਤਨ ਉੱਤੇ ਜਿਸ ਦਿਨ ਪਰਮਾਤਮਾ ਦੇ ਨਾਮ ਨੂੰ ਵਸਾ ਲਿਆ ਨਾ ਮਨ ਉੱਤੇ, ਉਸ ਦਿਨ ਤਨ 'ਤੇ ਆਏ ਹੋਏ ਕਸ਼ਟ ਨੂੰ ਬੜੇ ਆਨੰਦ ਦੇ ਨਾਲ, ਪੂਰਨ ਖਿੜਾਓ ਦੇ ਨਾਲ ਪ੍ਰਵਾਨ ਕੀਤਾ। ਜਲਾਦ 1.25 ਮਣ ਦੀ ਕਣਕ ਲਿਆ ਕੇ ਅੱਗੇ ਸੁੱਟ ਦਿੰਦੇ ਨੇ। ਇੱਕ ਹੱਥ ਵਿੱਚ ਚੱਕੀ ਹੈ, ਦੂਜੇ ਹੱਥ ਵਿੱਚ ਕਣਕ ਮੁੱਠ ਦੇ ਨਾਲ ਭਰ ਭਰ ਉਹਦੇ ਵਿੱਚ ਪਾਉਣੀ ਹੈ। ਅਤੇ ਮੇਰੀ ਉਹ ਭੈਣੋ, ਜਿਨ੍ਹਾਂ ਨੇ ਕਦੇ ਪੁਰਾਣੇ ਸਮੇਂ ਵਿੱਚ ਚੱਕੀ ਪੀਸੀ ਹੋਵੇਗੀ, ਜਾਂ ਜਿਹੜੀਆਂ ਮਾਤਾਵਾਂ ਅਜੇ ਬਜ਼ੁਰਗ ਅਵਸਥਾ ਵਿੱਚ ਹਨ, ਉਹਨਾਂ ਨੂੰ ਪੁੱਛਿਓ ਕਿ ਪੁਰਾਣੇ ਸਮੇਂ ਵਿੱਚ ਚੱਕੀ ਕਿਸ ਤਰ੍ਹਾਂ ਪੀਸੀ ਜਾਂਦੀ ਹੁੰਦੀ ਸੀ। ਪੂਰਾ ਜ਼ੋਰ ਲੱਗਦਾ ਸੀ ਅਤੇ 1.25 ਮਣ ਕਣਕ ਪੀਣੀ। ਕੋਈ 2 ਕਿਲੋ 4 ਕਿਲੋ ਨਹੀਂ, 10 ਕਿਲੋ ਨਹੀਂ, 1.25 ਮਣ, ਤਕਰੀਬਨ 60 ਕਿਲੋ ਕਣਕ ਜਿਹੜੀ ਉਹ ਪੀਸਣੀ। ਅਤੇ ਉਹ 60 ਕਿਲੋ ਕਣਕ ਜਿਹੜੀ ਸੀ, 1.25 ਮਣ ਕਣਕ ਪੀਸਣ ਲੱਗਿਆਂ ਕਈ ਸਮਾਂ ਲੱਗ ਜਾਂਦਾ ਸੀ। ਮੇਰੀਆਂ ਉਹਨਾਂ ਮਾਤਾਵਾਂ ਨੇ ਉਸ ਕਣਕ ਨੂੰ ਪੀਸਿਆ। ਸ਼ਾਮ ਹੋਈ, ਉਸ ਕਣਕ ਪੀਸਣ ਤੋਂ ਬਾਅਦ ਮਿਲਿਆ ਕਿ 1 ਚੱਪਾ ਰੋਟੀ ਅਤੇ 1 ਬਾਟਾ ਪਾਣੀ ਦਾ। ਇਤਿਹਾਸ ਜ਼ਿਕਰ ਕਰਦਾ ਹੈ ਕਿ ਪੂਰਾ ਦਿਨ ਇਹ ਪੀਸਣ ਲੱਗਿਆ ਸਮਾਂ ਲੱਗਦਾ ਸੀ, ਅਤੇ ਸ਼ਾਮ ਨੂੰ ਜਦੋਂ ਉਹ 1 ਚੱਪਾ ਰੋਟੀ ਅਤੇ 1 ਬਾਟਾ ਜਿਹੜਾ ਉਹ ਪਾਣੀ ਦਾ ਮਿਲਣਾ ਨਾ, ਉਹ ਰੋਟੀ ਖਾਣ ਤੋਂ ਬਾਅਦ ਪਾਣੀ ਪੀਣਾ, ਅਤੇ ਪਾਣੀ ਪੀਣ ਤੋਂ ਬਾਅਦ ਜਦੋਂ ਸ਼ਾਮ ਦਾ ਵੇਲਾ ਹੋਣਾ, ਸੋਦਰ ਕਰਨੀ। ਕਣਕ ਪੀਂਦਿਆਂ ਸੋਦਰ ਕਰਨੀ। ਸੋਦਰ ਕਰਨ ਤੋਂ ਬਾਅਦ ਜਦੋਂ ਅਰਦਾਸ ਕਰਨੀ, ਅਤੇ ਅਰਦਾਸ ਦੇ ਬੋਲ ਇਹ ਹੁੰਦੇ ਸਨ, ਪਾਤਸ਼ਾਹ, ਹੇ ਪ੍ਰਮਾਤਮਾ ਜੀਓ, ਹੇ ਸਤਿਗੁਰੂ ਜੀਓ, ਤੇਰੇ ਭਾਣੇ ਦੇ ਵਿੱਚ 4 ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ। ਇਹ ਹੈ ਪੂਰਨ ਖਿੜਾਓ। ਤੇਰੇ ਭਾਣੇ ਵਿੱਚ 4 ਪਹਿਰ ਸੁੱਖਾਂ ਦਾ ਬਤੀਤ ਹੋਇਆ। ਹੇ ਪ੍ਰਮਾਤਮਾ ਜੀਓ, ਤੇਰੇ ਭਾਣੇ ਵਿੱਚ ਰਾਤ ਆਈ ਹੈ, ਇਹਨੂੰ ਆਪਣੇ ਭਾਣੇ ਵਿੱਚ ਆਪਣੇ ਨਾਮ ਜਪਾਉਂਦਿਆਂ ਗੁਜ਼ਾਰਨੀ। ਕਿੰਨਾ ਸਿਦਕ ਹੋਵੇਗਾ, ਕਿੰਨਾ ਪੂਰਨ ਖਿੜਾਓ ਹੋਵੇਗਾ। ਅਤੇ ਅਖੀਰ ਉੱਤੇ ਜਦੋਂ ਅਰਦਾਸ ਦੀ ਸਮਾਪਤੀ ਹੋਣੀ, ਅਤੇ ਆਖਣਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਿੱਖ ਨੇ ਕਦੇ ਦੁਸ਼ਮਣ ਦਾ ਵੀ ਮਾੜਾ ਨਹੀਂ ਚਾਹਿਆ। ਮਨ ਵਿੱਚ ਇਹ ਖਿਆਲ ਨਾ ਲਿਆਉਣਾ ਕਿ ਜੰਗਾਂ ਲੜੀਆਂ, ਇੰਨੇ ਮੁਗਲ ਜਿਹੜੇ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਨਹੀਂ, ਸਤਿਗੁਰੂ ਨੇ ਉੱਥੇ ਵੀ ਕਿਰਪਾ ਕੀਤੀ ਹੈ। ਪਹਿਲਾਂ ਆਪ ਸ਼ਸਤਰ ਨਹੀਂ ਚੁੱਕਿਆ, ਆਪ ਕਿਰਪਾਨ ਚੁੱਕ ਕੇ ਨਹੀਂ ਲੜੇ। ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਸਮਝੌਤਾ ਕਰਨ ਦਾ, ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ। ਜੇ ਨਹੀਂ ਸਮਝੇ ਤੇ ਫਿਰ ਚੂੰਕਾਰ ਅਜ ਹਮਾ ਹਿਲਤੇ ਦਰ ਗੁਜਸਤ, ਹਲਾਲ ਬੁਰਦਨ ਬਾ ਸ਼ਮਸ਼ੀਰ ਦਸਤ। ਫਿਰ ਕਿਰਪਾਨ ਪਕੜੀ, ਫਿਰ ਉਹਨਾਂ ਦੁਸ਼ਮਣਾਂ ਦੇ ਆਹੂ ਲਾਹੇ। ਖੈਰ, ਜਦੋਂ ਇਹ ਗੱਲ ਹਕੂਮਤ ਦੇ ਅਹਿਲਕਾਰ ਨੂੰ ਪਤਾ ਚੱਲਿਆ ਨਾ ਕਿ ਇਹਨਾਂ ਨੂੰ ਇੰਨਾ ਕਸ਼ਟ ਦਿੱਤਾ, ਪੂਰਨ ਖਿੜਾਓ ਕੀ ਹੈ, ਇਹਨਾਂ ਨੂੰ ਇੰਨਾ ਕਸ਼ਟ ਦਿੱਤਾ, ਅਤੇ ਫਿਰ ਵੀ ਸਰਬੱਤ ਦਾ ਭਲਾ ਮੰਗਦੀਆਂ ਪਈਆਂ ਨੇ। ਫਿਰ ਵੀ ਆਖਦੀਆਂ ਪਈਆਂ ਨੇ ਕਿ ਹੇ ਪ੍ਰਮਾਤਮਾ, ਤੇਰੇ ਭਾਣੇ ਵਿੱਚ ਦਿਨ ਜਿਹੜਾ ਵਾ ਉਹ ਸੁੱਖਾਂ ਦਾ ਬਤੀਤ ਹੋਇਆ। ਹੁਣ ਹੋਇਆ ਕਿ ਬੱਚਿਆਂ ਨੂੰ ਗੋਦੀਆਂ ਵਿੱਚੋਂ ਚੁੱਕਿਆ, ਅਤੇ ਉਹਨਾਂ ਨੂੰ ਕੇਵਲ ਨੇਜਿਆਂ ਉੱਤੇ ਨਹੀਂ ਟੰਗਿਆ, ਉਹਨਾਂ ਦੇ ਛੋਟੇ ਟੁਕੜੇ ਕੀਤੇ ਮਾਤਾਵਾਂ ਦੇ ਸਾਹਮਣੇ। ਉਹ ਟੁਕੜੇ ਕਰਨ ਤੋਂ ਬਾਅਦ ਉਹਨਾਂ ਨੂੰ ਰੱਸੀ ਵਿੱਚ ਪਰੋਇਆ ਗਿਆ, ਅਤੇ ਪਰੋਣ ਤੋਂ ਬਾਅਦ ਫਿਰ ਗਲ ਵਿੱਚ ਪਾਇਆ ਗਿਆ। ਅਤੇ ਧੰਨ ਸਨ ਉਹ ਮਾਤਾਵਾਂ ਜਿਨ੍ਹਾਂ ਦੇ ਅੰਦਰ ਪੂਰਨ ਖਿੜਾਓ ਸੀ। ਕੋਈ ਦੁੱਖ ਨਹੀਂ, ਹੁਣ ਭੁੱਖ ਨਹੀਂ ਵਿਆਪਦੀ, ਦੁੱਖ ਵੀ ਨਹੀਂ ਵਿਆਪਦਾ। ਹੁਣ ਕੇਵਲ ਉਸ ਪਰਮਾਤਮਾ ਦੀ ਯਾਦ ਵਿੱਚ ਟਿਕੀਆਂ ਹੋਈਆਂ ਉਹ ਮਾਤਾਵਾਂ ਇਹ ਸਭ ਕੁਝ ਵੇਖ ਰਹੀਆਂ ਨੇ, ਪਰ ਇਹਨਾਂ ਅੱਖਾਂ ਦੇ ਨਾਲ ਕੇਵਲ ਉਸ ਤਨ ਦੇ ਟੁਕੜੇ ਨਹੀਂ ਵੇਖੇ,
फिर भी यही अरदास की, पातशाह ये तेरे सन तू लै गया। शामां पईयां, शामां नूं फिर उन्हां मातावां ने सोदर की, अरदास की, ते अरदास करन तो बाद फिर यही गल आखी, नानक नाम चढ़दी कला, तेरे भाणे सरबत दा भला। जदों ये आवाज़ आई, एहलकार दंग रह गए, कहंदे इन्ना कष्ट दिता। ते हार के उन्हें पुछया कि मेरियो मतावो, तुहानू असी इन्ना कष्ट दिता, केवल तुहाडे तन नूं नहीं, तुहाडे जिगर दे टोटियां नूं कट कट के तुहाडे सामने रख दिता, इत्थों तक नहीं तुहाडे गलां विच उन्हां दे परो के हार पवाए गए, फिर भी नहीं डोलियां, तुहाडे अंदर शक्ति किहड़ी है? ते उन्हां ने आख्या सी, साडे अंदर उस परमात्मा दे नाम दी शक्ति है, ये साडे गुरु ने साडी झोली विच पाई है, जिस करके साडे अंदर वो पूर्ण खिड़ाऊ है। ए हुकूमत दे एहलकार, मरना तू भी है, मौत तेनों भी आनी है, पता नहीं वो मौत ने कदों आण के मंडरा जाना, पर असल विच जिंदगी जीवन का आनंद ही ये है कि जदों तेरे अंदर परमात्मा का नाम वसे तो तू सरबत दे भले दी अरदास करे। इस करके धन गुरु अमरदास पातशाह जी अज बख्शिश करते हैं कि आनंद सुनो वडभागीओ, सगल मनोरथ पूरे। ਉਹਦੇ ਜਿਹੜੇ मनोरथ ने मन ਦੀਆਂ मनोकामनावां ने वो सारियां पूरियां हो जांदियां ने। पार ब्रह्म प्रभ पाया, उतरे सगल विसूरे। भाई जिन्हों परमात्मा मिल जाता है, जिहदे अंदर परमात्मा टिक जाता है, जिहदे अंदर परमात्मा दे नाम की चिणग लग जाती है, ਉਹਦੇ अंदर दे सारे झोरे खत्म हो जाते हैं। दुख रोग संताप उतरे, सुनी सच्ची बाणी। शर्त यह है, ये जिहड़े दुख ने ते ये रोग ने, ये सारे उतर जाते हैं, पर उतरदे तद ने जदों तू सच्ची बाणी नूं अपने कन्नां दे नाल सुणदा है। पिछे असीं पढ़ के आए हैं ना, नाल विचारिया भी है, ये सरवणों मेरियो साचे सुनने नो पठाए। साचे सुनने नो पठाए, शरीर लाए सुनो सत बाणी। सुनना की है असल विच? ते गुरु अमरदास पातशाह जी कहते सुनना है सच्ची बाणी। जिन्ने सच्ची बाणी सुन लई ना, जिहदे अंदर परमात्मा दे नाम की बाणी पई, जिहदे कन्नां दे अंदर पाई, ਉਹਦੇ अंदर फिर ਜਿਹੜੇ दुख ने, ਜਿਹੜੇ रोग ने, वो रोग नहीं रहिंदे। फिर ਉਹਦੇ अंदर केवल आनंद पूर्ण खड़ाऊ बनिया रहिंदा। फिर एक छोटी जी उदाहरण है, जदों भी किसी के तन नूं रोग लगे ना, जे तो उन्होंने डॉक्टर ये गल कह दे कि भाई परवाह ना कर, तू तगड़ा हो जाना, तो वाकई घट्टो घट्ट भी तो 60-70% वो इंसान जिहड़ा वो तकड़ा हो जाता, बीमारी के नाल जूझण वास्ते वो अंदर एनर्जी पैदा हो जाती है। तो जे उही डॉक्टर उन्होंने ये गल कह दे कि भलिया हुण तू अज नहीं तो कल मरिया ही लो, तो असल में वो कल की गल नहीं कर रहा। वो मनुख जदों ये कन्नां दे नाल सुणदा है तो पहले दिन ही उसकी मौत हो जाती है। कई बार तुसीं सुनिया होवेगा, सप ने कट्टिया इंसान की मौत हो गई। केवल 3-4% सप ने जिन्हां दे कट्टण दे नाल मनुख की मौत हुंदी है, नहीं तो ज़्यादातर ऐसे सप ने जिन्हां दे विच ऐसी जहर नहीं कि मनुख की उस समय जिहड़ी मौत हो जाए। पर जदों मनुख नूं सप डसण दी, सप दे कट्टण दी खबर मिलती है कि मेरे शरीर उत्ते सप ने डंग मारिया, तो अद्धेों वध वो जिहड़ा मनुख है वो निढाल हो जाता, वो मोया बराबर हो जाता कि हुण मैनूं सप ने कट लिया, हो पता नहीं हो की जाना। अद्धेों वध वो जिहड़ी उहदे अंदर एनर्जी जिहड़ी वो खत्म हो जाती है। हुण गुरु साहब कहते हैं कि भलिया जे तू एनर्जी चाहुंदा ना, शरीर बलवान बनाउणा चाहुंदा, तो भाई बचित्र सिंह वाल वेख, सामने हाथी है, उदाहरण दुख रोकती है, मौत दी है,
ਸਾਹਮਣੇ ਪਤਾ ਹੈ ਕਿ ਹਾਥੀ ਦੇ ਨਾਲ ਲੜਨ ਦੇ ਨਾਲ ਮੌਤ ਹੈ। ਦੁਨੀ ਚੰਦ ਭੱਜ ਜਾਂਦਾ, ਛੱਡ ਜਾਂਦਾ ਮੈਦਾਨ, ਪਰ ਭਾਈ ਬਚਿੱਤਰ ਸਿੰਘ ਮੈਦਾਨ ਨਹੀਂ ਛੱਡਦਾ। ਦੁਨੀ ਚੰਦ ਨੂੰ ਆਪਣੇ ਗੁਰੂ 'ਤੇ ਭਰੋਸਾ ਨਹੀਂ। ਦੁਨੀ ਚੰਦ ਨੇ ਕੇਵਲ ਗੁਰਬਾਣੀ ਨੂੰ ਸੁਣਿਆ ਹੈ, ਉਹਨੂੰ ਵਾਚਿਆ ਨਹੀਂ। ਦੁਨੀ ਚੰਦ ਕੇਵਲ ਲੰਗਰ ਦਾ ਪੁਜਾਰੀ ਹੈ, ਉਹ ਖਾਂਦਾ ਬਹੁਤ ਹੈ, ਦੇਹ ਬਹੁਤ ਵੱਡੀ ਬਣ ਗਈ। ਪਰ ਇੱਕ ਪਾਸੇ ਭਾਈ ਬਚਿੱਤਰ ਸਿੰਘ ਹੈ ਜਿਹਨੂੰ ਆਸਰਾ ਹੀ ਗੁਰੂ ਦਾ ਹੈ। ਅਤੇ ਜਦੋਂ ਲੜਨ ਵਾਸਤੇ ਚੱਲਿਆ ਨਾ, ਗੁਰੂ ਨੇ ਆਖਿਆ ਬਚਿੱਤਰ ਸਿੰਘ ਅੱਗੇ ਹਾਥੀ ਹੈ। ਅਤੇ ਉਸ ਬਚਿੱਤਰ ਸਿੰਘ ਨੇ ਆਖਿਆ ਸੀ, ਪਾਤਸ਼ਾਹ ਜੇ ਤੇਰੀ ਰਹਿਮਤ ਹੋਵੇ ਨਾ, ਇੱਕ ਹਾਥੀ ਕਿ ਮੈਂ ਤਾਂ ਹਜ਼ਾਰਾਂ ਹਾਥੀਆਂ ਦੇ ਨਾਲ ਲੜਨ ਦੇ ਕਾਬਲ ਹੋ ਜਾਵਾਂ। ਪਰ ਜਦੋਂ ਤੇਰੀ ਨਿਗਾਹ ਹੋਵੇ, ਜਦੋਂ ਤੇਰੇ ਬੋਲ ਮੇਰੇ ਕੰਨਾਂ ਵਿੱਚ ਪੈ ਜਾਣ, ਤੇ ਫਿਰ ਇਸ ਸੰਸਾਰ ਦੇ ਉੱਤੇ ਕੋਈ ਤਾਕਤ ਨਹੀਂ। ਸਤਿਗੁਰੂ ਜੀ ਵੀ ਇਹ ਬਖਸ਼ਿਸ਼ ਕਰਦੇ ਨੇ ਕਿ ਭਲਿਆ ਜੇ ਤੂੰ ਜੂਝਣਾ ਚਾਹੁੰਦਾ ਹੈ ਨਾ, ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਹੈ, ਜੋ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜੇ ਤੈਨੂੰ ਜੂਝਣ ਦਾ ਚਾਅ ਹੈ ਤੇ ਫਿਰ ਤਲੀ ਉੱਤੇ ਸਿਰ ਰੱਖ ਕੇ ਆਉਣਾ ਪੈਣਾ। ਹੁਣ ਇਹ ਨਹੀਂ ਕਿ ਅਸੀਂ ਕਿਰਪਾਨ ਪਕੜੀਏ ਤੇ ਆਪਣਾ ਸਿਰ ਲਾ ਕੇ ਗੁਰੂ ਅੱਗੇ ਭੇਟਾ ਕਰ ਦਈਏ। ਨਹੀਂ, ਗੁਰੂ ਸਾਹਿਬ ਕਹਿੰਦੇ ਨੇ ਕਿ ਭਲਿਆ ਜਿਹੜਾ ਤੇਰੇ ਅੰਦਰ ਅਹੰਕਾਰ ਦਾ ਡੰਡਾ ਜਿਹੜਾ ਤੇਰੇ ਸਰੀਰ ਦੇ ਅੰਦਰ ਤੈਨੂੰ ਨਿਉਣ ਨਹੀਂ ਨਾ ਦਿੰਦਾ, ਉਸ ਡੰਡੇ ਨੂੰ ਆਪਣੇ ਤਨ ਦੇ ਵਿੱਚੋਂ ਕੱਢ ਕੇ ਬਾਹਰ ਸੁੱਟ ਦੇ। ਭਾਵ ਇਹ ਕਿ ਪਤਾ ਨਹੀਂ ਇਸ ਭਾਂਡੇ ਦੇ ਵਿੱਚੋਂ ਕਦੋਂ ਜਿੰਦ ਨੇ ਬਾਹਰ ਨਿਕਲ ਜਾਣਾ, ਅਤੇ ਜਿਸ ਦਿਨ ਜਿੰਦ ਇਹਦੇ ਵਿੱਚ ਜਿਹੜੀ ਜੀਓ ਪਾ ਕੇ ਸਤਿਗੁਰੂ ਨੇ ਇਸ ਤਨ ਨੂੰ ਸਾਜਿਆ ਨਾ, ਜਿਸ ਦਿਨ ਉਹ ਜਿੰਦ ਬਾਹਰ ਨਿਕਲ ਗਈ ਨਾ, ਉਸ ਦਿਨ ਫਿਰ ਸੰਸਾਰ ਦੇ ਉੱਤੇ ਇਹ ਤੇਰਾ ਸਰੀਰ ਮਿੱਟੀ ਹੋ ਜਾਣਾ। ਇਸ ਡੰਡੇ ਨੂੰ ਬਾਹਰ ਕੱਢ ਦੇ। ਅਤੇ ਜਿਸ ਦਿਨ ਤੂੰ ਆਣ ਕੇ ਗੁਰੂ ਅੱਗੇ ਨਤਮਸਤਕ ਹੋਇਆ, ਆਪਣਾ ਸਰੀਰ, ਆਪਣਾ ਤਨ, ਆਪਣਾ ਸਿਰ ਗੁਰੂ ਨੂੰ ਸੌਂਪ ਦਿੱਤਾ, ਵੇਚ ਦਿੱਤਾ, ਅਤੇ ਫਿਰ ਤੇਰੇ ਅੰਦਰ ਉਹ ਪੂਰਨ ਖਿੜਾਓ ਪੈਦਾ ਹੋ ਜਾਵੇਗਾ। ਫਿਰ ਉਹ ਦੁੱਖ ਅਤੇ ਉਹ ਰੋਗ, ਹੁਣ ਰੋਗ ਦੁੱਖ ਨਹੀਂ ਰਹਿਣਗੇ। ਫਿਰ ਇਹ ਵੀ ਉਹਦੀ ਇਹ ਪੇਦਾਤ ਤੇਰੀ ਦਾ ਤਾਰ ਬਣ ਜਾਣਗੇ। ਫਿਰ ਇਹ ਵੀ ਉਹਦੀ ਦਾਤ ਹੀ ਬਣ ਜਾਵੇਗੀ। ਅਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਭਲਿਆ ਜੇ ਤੂੰ ਆਪਣੇ ਅੰਦਰੋਂ ਇਸ ਦੁੱਖ ਅਤੇ ਰੋਗ ਨੂੰ ਦੂਰ ਕਰਨਾ ਚਾਹੁੰਦਾ ਹੈ, ਅਤੇ ਫਿਰ ਪਰਮਾਤਮਾ ਦੀ ਸੱਚੀ ਬਾਣੀ ਨੂੰ ਸੁਣ। ਸੰਤ ਸਾਜਣ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਹੁਣ ਇੱਥੇ ਸ਼ਬਦ ਹੈ ਸਰਸੇ। ਅਤੇ ਕਈ ਵਾਰ ਮਨੁੱਖ ਜਾਣੇ ਅਣਜਾਣੇ ਵਿੱਚ ਗਲਤੀ ਕਰ ਜਾਂਦਾ। ਸਰਸੇ, ਕਈ ਸ਼ਬਦ ਇਹਨੂੰ ਸਰਸੇ ਪੜ੍ਹ ਜਾਂਦੇ ਨੇ, ਕਿਉਂਕਿ ਸਾਨੂੰ ਸਰਸੇ ਸ਼ਬਦ ਦੇ ਨਾਲ ਜਿਹੜਾ ਸਿਰਸੇ ਵਾਲਾ, ਜਿਹਨੂੰ ਅੱਜ ਹਕੂਮਤ ਨੇ ਜੇਲ੍ਹ ਵਿੱਚ ਡੱਕਿਆ ਹੋਇਆ, ਉਹਦੇ ਕਰਕੇ ਅਸੀਂ ਸ਼ਬਦ ਨੂੰ ਤਬਦੀਲ ਕਰਦੇ ਹਾਂ। ਨਹੀਂ ਭਾਈ, ਇਸ ਸ਼ਬਦ ਦਾ ਭਾਵ ਅਰਥ ਕੁਝ ਅਲੱਗ ਹੈ। ਸ਼ਬਦ ਅਸੀਂ ਸਰਸੇ ਪੜ੍ਹਨਾ ਹੈ, ਪਰ ਸ਼ਬਦ ਅਰਥ ਇਹਦਾ ਇਹ ਹੈ ਸਰਸੇ, ਜਿਹੜੇ ਐਨ ਰਸ ਦੇ ਨਾਲ ਭਰੇ ਪਏ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਜਿਨ੍ਹਾਂ ਨੇ ਪੂਰੇ ਗੁਰੂ ਤੋਂ ਜਾਣ ਲਿਆ, ਇਹ ਬਾਤ ਬੁੱਝ ਲਈ ਕਿ ਆਨੰਦ ਸੁਣੋ ਵਡਭਾਗੀਓ, ਮਾਫ਼ ਕਰਨਾ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਿਨ੍ਹਾਂ ਨੇ ਇਹ ਗੁਰੂ ਦੇ ਕੋਲੋਂ ਜਾਣ ਲਿਆ ਭਾਈ, ਉਹ ਫਿਰ ਕਿੱਥੇ ਆਉਂਦੇ ਨੇ? ਸਤਿਗੁਰੂ ਦੇ ਕੋਲ। ਅਤੇ ਸਤਿਗੁਰੂ ਦੇ ਕੋਲ ਕੀ ਹੈ? ਸਤ ਸੰਗਤ। ਅਤੇ ਉਹ ਫਿਰ ਉਸ ਸਤ ਸੰਗਤ ਦੇ ਵਿੱਚ ਸੰਤ ਸਾਜਣ, ਉਹਨਾਂ ਸੰਤ ਜਨਾਂ, ਉਹਨਾਂ ਸੱਜਣਾ ਦੇ ਕੋਲ ਬੈਠ ਕੇ ਪਰਮਾਤਮਾ ਦੇ ਨਾਮ ਨਾਲ ਸਰਸੇ, ਪਰਮਾਤਮਾ ਦੇ ਨਾਮ ਦੇ ਰਸ ਦੇ ਨਾਲ ਭਰੇ ਪਏ ਨੇ। ਸੰਤ ਸਾਜਣ ਭਏ ਸਰਸੇ, ਉਹ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਐਨ ਭਰਪੂਰ ਨੇ, ਭਰੇ ਹੋਏ ਨੇ। ਉਹਨਾਂ ਦੇ ਅੰਦਰ
परमात्मा का नाम व्यापक है, पर ये जानिया कित्थों? पूरे गुर ते जानी, जानिया पूरे गुरु तो है। की जान लिया? गुरु अमरदास पातशाह जी अगे बख्शिश करते हैं, सुनते पुनीत कहते पवित, सतगुर रहिया भरपूरे। हुण सतगुरु दे कोलों ये जान लिया है कि भाई वो परमात्मा सारे थां घट घट में हर जू बसै, संतन कहो पुकार। घट घट के अंदर जिहड़ा वो परमात्मा वस रहा है, हर थां जल थल महीयल पूरिया स्वामी सिरजनहार। भाई वो सारी धरती दे विच व्यापक है, ते जिहड़ा मनुख उहदे नाम नूं सुन लैंदा है वो पवित्र हो जाता। सुनते पुनीत, जिहड़े उहदे नाम नूं सुनदे ने वो पवित्र हो जाते हैं। कहते पवित्र, जिहड़े उहदे नाम नूं कहिंदे ने, नाम नूं सिमरदे ने, भाई वो भी पवित्र हो जाते हैं। उन्हां दे अंदर फिर सतगुर रहिया भरपूरे, सतगुरु सदा उन्हां दे परमात्मा जिहड़ा हिरदे घर विच टिकिया रहिंदा है। तो गुरु अमरदास पातशाह जी अखीर उत्ते बेनती करते हैं, बिदवंत नानक गुर चरण लागे, वाजे अनहद तूरे। हे भाई, हे परमात्मा जीओ, जिहड़े मनुख तेरे चरनां दे नाल जुड़ गए, गुर चरण लागे, जिन्हां ने गुरु के चरनां नूं पकड़ लिया, वाजे अनहद तूरे, उन्हां दे अंदर वो वाजे वजदे ने, जिन्हां वाजियां दे नाल शब्द रूपी जिहड़ियां रागणियां ने, जिहड़े राग ने, जिन्हां दे विच ये शब्द उचारण कीते ने, वो परियां आण के वाजे वजाउंदियां ने। वो अनाहद नाद, जिस अनाहद नाद दे नाल मनुख इस संसार दे विच अपने जीवन नूं तब्दील कर लैंदा है, वो अनाहद नाद इस धरती दे उत्ते उस मनुख दे अंदर वजदे ने। भाव सदा फिर वो हवा आउंदी है, उस हवा विचों भी परमात्मा दे नाम की धुन नूं सुणदा है। जे कोई मोटर गड्डी जा रही है, उहदी घूं घूं दे विचों भी, उहदी चीं चीं दे विचों भी जिहड़ी आवाज़ है वो परमात्मा दे नाम की आवाज़ सुणदी है। सतगुरु जी कहते हैं कि भलिया, जिस दिन तू गुरु के चरणों उत्ते आण के नतमस्तक हो गया, अपने तन नूं अपने मन नूं गुरु अगे समर्पण कर दिता, तो फिर तेरे अंदर वो अनाहद नाद जिहड़ा पैदा हो जाएगा, जिहदा कदे भी नाश नहीं होवेगा। फिर तन बिंस जाएगा, पर ये बाणी, ये नाम रस, ये पूर्ण खड़ाऊ तेरे मन दे नाल सदा स्थिर तुरिया रहेगा। उदाहरणां बणियां ने, इस करके क्योंकि समय की समाप्ति है, मैं अखीर विच 2 मिनट वास्ते आप सब संगत नूं बेनती करा, गुरु का साथ होवे ना, सामने तन उत्ते आरा रखिया, सामने देग विच पानी उबलदा पिया, सामने रूह दे विच शरीर नूं लपेटिया पिया। जे गुरु सामने है, वो रूह का सेक नहीं लगता, वो उबलदा होया पानी शीत लहर जापदा है, वो आरा हुण प्यारा लगन लग पिया है। क्यों? क्योंकि सामने गुरु है, ते गुरु ने रहमत की, सवली निगाह पाई, ते जबान उत्ते ये रसना, जिन्हों आखिया ना तू अन रस राज रही है, इस रसना उत्ते, और अन रस नहीं, इस रसना के उत्ते है जप बाणी। वो जप बाणी पढ़दा होया अपने तन नूं जिहड़ा वा इस धरती दे उत्ते गुरु नूं अर्पण कर दिंदा है, पर उहदा मन जिहड़ा है वो सदा स्थिर है, क्योंकि उहदे अंदर पूर्ण खड़ाऊ है, अनाहद नाद है। हुण असीं इस बाणी की विचार कीती है, यह बेनती है कि रोज़ाना इस बाणी नूं पढ़ के जे समा बने, रोज़ाना जे नहीं भी समझ आउंदी तो एक एक पौड़ी जिहड़ी है ना, उहदी विचार जरूर करिए। ये सारी की सारी कथा जिहड़ी है वो यूट्यूब चैनल के उपर मौजूद है। आप जी गुरुद्वारा गुरु गोबिंद सिंह जी छाणी
ਇਸ ਨਾਂ ਦੇ ਉੱਤੇ, ਗੁਰਦੁਆਰਾ ਸਾਹਿਬ ਦੇ ਨਾਂ ਦੇ ਉੱਤੇ ਜਿਹੜਾ YouTube ਚੈਨਲ ਹੈ ਉਹਦੇ ਉੱਤੇ ਹਰ ਰੋਜ਼ ਇਹ ਪੌੜੀ ਜਿਹੜੀ ਹੈ ਉਹ ਪਾ ਦਿੱਤੀ ਜਾਂਦੀ ਹੈ। ਆਪ ਜੀ ਉਸ ਨੂੰ ਓਪਨ ਕਰਕੇ ਤੇ ਰੋਜ਼ਾਨਾ ਇਸ ਇੱਕ ਪੌੜੀ ਨੂੰ ਦੁਬਾਰਾ ਵੀ ਸਰਵਣ ਕਰ ਸਕਦੇ ਜੀ। ਗੁਰੂ ਸਾਹਿਬ ਰਹਿਮਤ ਕਰਨ। ਸਾਡੇ ਇਹ ਕੀਤੀ ਹੋਈ ਵਿਚਾਰ ਜੋ ਸਤਿਗੁਰੂ ਨੇ ਆਪ ਸੇਵਾ ਲਈ ਹੈ, ਸਾਡੇ ਮਨਾਂ ਦੇ ਉੱਤੇ ਸਤਿਗੁਰੂ ਦੀ ਰਹਿਮਤ ਹੋ ਜਾਵੇ ਤੇ ਨਾਮ ਰੰਗ ਚੜ੍ਹ ਜਾਵੇ ਤੇ ਸਾਡਾ ਹੋਇਆ ਵੀ ਇਸ ਧਰਤੀ ਦੇ ਉੱਤੇ ਸਫਲਾ ਹੋ ਸਕੇ। ਸੋ ਸਾਰੀ ਸੰਗਤ ਦਾ, ਜਿਨ੍ਹਾਂ ਨੇ ਲਗਾਤਾਰ 40 ਦਿਨ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਰੋਜ਼ਾਨਾ ਹਾਜ਼ਰੀਆਂ ਭਰੀਆਂ ਇਸ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ, ਕੋਟਾਨ ਕੋਟਨ ਧੰਨਵਾਦ ਹੈ ਜੀ। ਆਪ ਸਭ ਸੰਗਤਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਲਵਾਈਆਂ। ਕੋਟਾਨ ਕੋਟ ਹੈ ਸ਼ੁਕਰ ਦਾਤੇ ਦਾ, ਸਤਿਗੁਰੂ ਦਾ, ਜਿਨੇ ਰਹਿਮਤ ਕਰਕੇ ਇਹ ਸੇਵਾ ਲਈ। ਸਮੂਹ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਨੂੰ ਯੋਗ ਜਾਣਦਿਆਂ ਹੋਇਆਂ ਇਹ ਸੇਵਾ ਬਖਸ਼ੀ। ਸਾਰੀ ਸੰਗਤ ਦੇ ਉੱਤੇ ਸਤਿਗੁਰੂ ਰਹਿਮਤ ਭਰਿਆ ਹੱਥ ਰੱਖੇ, ਸਮੁੱਚੀ ਪ੍ਰਬੰਧਕ ਕਮੇਟੀ ਦੇ ਮਿਹਰ ਭਰਿਆ ਹੱਥ ਰੱਖੇ। ਆਪਸੀ ਪ੍ਰੇਮ ਪਿਆਰ ਤੇ ਇਤਫਾਕ ਸਤਿਗੁਰੂ ਜੀ ਸਾਰਿਆਂ ਨੂੰ ਬਖਸ਼ੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਇਹੀ ਅਸੀਸ ਦੇਣੀ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਇਹ ਅਸੀਸ ਜ਼ਰੂਰ ਦੇਣੀ ਕਿ ਇਸੇ ਤਰ੍ਹਾਂ ਹੀ ਪਰਮਾਤਮਾ ਦੇ ਨਾਲ ਸਾਡੇ ਵੀ ਜਿਹੜਾ ਮੇਲ ਹੈ ਉਹ ਬਣਿਆ ਰਵੇ। ਇਹੀ ਅਸੀਸ ਦੇਣੀ ਕਿ ਇਸੇ ਤਰ੍ਹਾਂ ਅਸੀਂ ਸਤਿਗੁਰੂ ਦੀ ਰਹਿਮਤ ਸਦਕਾ ਜੋ ਖਾਲਸਾ ਪੰਥ ਵੱਲੋਂ, ਜੋ ਅਕਾਲ ਤਖਤ ਸਾਹਿਬ ਵੱਲੋਂ ਇਹ ਡਿਊਟੀ ਜਿਹੜੀ ਹੈ ਸਾਨੂੰ ਮਿਲੀ ਹੈ, ਉਹ ਅਸੀਂ ਇਸੇ ਤਰ੍ਹਾਂ ਤਨਦੇਹੀ ਦੇ ਨਾਲ ਨਿਭਾਈ ਜਾਈਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।